ਤੋਂ ਇਲਾਵਾ ਜਿਹੜਾ ਕੈਨੇਡਾ 'ਚ ਮੈਂ ਪਰਸੂ ਕਰ ਰਿਹਾ ਕੇਸ ਕੱਲ ਭੇਜਿਆ ਮੈਂ ਧਾਰਾ 306 ਵੀ ਲਿਖ ਕੇ ਭੇਜੀ ਉਹਨਾਂ ਨੂੰ ਮੈਂ ਦੁਪਹਿਰ ਤੋਂ ਬਾਅਦ। ਮੈਂ ਕੇਸ ਕਰ ਰਿਹਾ ਜਿਹੜੇ ਮੇਰੇ ਕੋਲ ਪ੍ਰੂਫ ਨੇ ਇਮੀਗ੍ਰੇਸ਼ਨ ਲਾਅ ਜਿਹੜਾ ਹੈਗਾ ਕੈਨੇਡਾ ਦਾ ਇਮੀਗ੍ਰੇਸ਼ਨ ਰਿਫਿਊਜੀ ਪ੍ਰੋਟੈਕਸ਼ਨ ਐਕਟ ਦੀ ਧਾਰਾ 40 ਦੇ ਮੁਤਾਬਿਕ ਇਹਦੇ ਖਿਲਾਫ ਕਾਫੀ ਪੁਖਤਾ ਸਬੂਤ ਨੇ। ਇਹ ਬਹੁਤ ਜਿਹੜਾ ਸਖਤ ਹੈ ਕਾਨੂੰਨ ਇਸ ਮਾਮਲੇ 'ਚ। ਭਾਰਤ ਦੇ ਵਿੱਚ ਇੰਡੀਆ ਦੇ ਵਿੱਚ ਚਾਹੇ ਬੇਸ਼ੱਕ ਇਹਨੂੰ ਲਾਈਟਲੀ ਲਿਆ ਜਾਂਦਾ ਵੇ, ਕੈਨੇਡਾ ਦੇ ਵਿੱਚ ਇਸ ਚੀਜ਼ ਨੂੰ ਬਹੁਤ ਹੀ ਸਖਤਾਈ ਨਾਲ ਲਿਆ ਜਾਂਦਾ। ਕੋਈ ਹਾਂਜੀ, ਸਤਿ ਸ੍ਰੀ ਅਕਾਲ ਜੀ। ਸਾਡੇ ਨਾਲ ਨੇ ਅੱਜ ਇਮੀਗ੍ਰੇਸ਼ਨ ਲਾਅ ਸਲਾਹਕਾਰ ਅਸ਼ੋਕ ਅਰੋੜਾ ਜੀ, ਜੋ ਕਿ ਲਵਪ੍ਰੀਤ ਸਿੰਘ ਲਾਡੀ ਅਤੇ ਬੇਅੰਤ ਕੌਰ ਬਾਜਵਾ ਦਾ ਜੋ ਕਿ ਕੇਸ ਪਿਛਲੇ ਲੰਮੇ ਸਮੇਂ ਤੋਂ ਕਾਫੀ ਜ਼ਿਆਦਾ ਚਰਚਾ ਦੇ ਵਿੱਚ ਬਣਿਆ ਹੋਇਆ ਹੈ। ਤੇ ਜਿਵੇਂ ਕਿ ਹੁਣ ਇਸ ਕੇਸ ਦੇ ਵਿੱਚ ਇੱਕ ਨਵਾਂ ਮੋੜ, ਇੱਕ ਨਵਾਂ ਪੱਖ ਸਾਹਮਣੇ ਆਇਆ, ਜੋ ਕਿ ਲਵਪ੍ਰੀਤ ਸਿੰਘ ਲਾਡੀ ਦੀ ਵਿਸਰਾ ਰਿਪੋਰਟ ਆਈ ਹੈ, ਜਿਸ ਤੋਂ ਬਾਅਦ ਕਿ ਉਹਦੇ ਜੋ ਬੇਅੰਤ ਕੌਰ ਬਾਜਵਾ ਦੇ ਖਿਲਾਫ ਕੇਸ ਸੀ ਉਸ ਦੀਆਂ ਧਾਰਾਵਾਂ ਦੇ ਵਿੱਚ ਵਾਧਾ ਹੋਇਆ। ਸੋ ਗੱਲਬਾਤ ਕਰਦੇ ਆ ਅਸ਼ੋਕ ਅਰੋੜਾ ਜੀ ਦਾ। ਸਭ ਤੋਂ ਪਹਿਲਾਂ ਤਾਂ ਸਵਾਗਤ ਹੈ ਜੀ, ਤੁਸੀਂ ਆਪਣੇ ਕੀਮਤੀ ਸਮੇਂ ਦੇ ਵਿੱਚ ਸਮਾਂ ਦਿੱਤਾ। ਸਤਿ ਸ੍ਰੀ ਅਕਾਲ ਜੀ, ਧੰਨਵਾਦ ਤੁਹਾਡਾ ਸਾਰਿਆਂ ਦਾ ਜੀ। ਸਰ, ਜਿਵੇਂ ਕਿ ਤੁਹਾਨੂੰ ਪਤਾ ਹੀ ਹੈ ਕਿ ਪਿਛਲੇ ਲੰਮੇ ਸਮੇਂ ਤੋਂ ਲਵਪ੍ਰੀਤ ਸਿੰਘ ਲਾਡੀ ਅਤੇ ਬੇਅੰਤ ਕੌਰ ਬਾਜਵਾ ਖੁੱਡੀ ਕਲਾਂ ਦਾ ਕੇਸ ਪੂਰੀ ਦੁਨੀਆ ਦੇ ਵਿੱਚ ਇਸ ਵੇਲੇ ਕਾਫੀ ਜ਼ਿਆਦਾ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ। 25 ਅਗਸਤ ਤੇ ਨਿਗਾਹਾਂ ਸਨ ਲੋਕਾਂ ਦੀਆਂ, ਕਿਉਂਕਿ 25 ਤਰੀਕ ਨੂੰ ਜੋ ਬਰਨਾਲਾ ਪ੍ਰਸ਼ਾਸਨ ਸੀ ਉਹਨਾਂ ਵੱਲੋਂ ਇੱਕ ਭਰੋਸਾ ਦਿੱਤਾ ਗਿਆ ਸੀ ਕਿ ਜਿਵੇਂ ਹੀ ਲਵਪ੍ਰੀਤ ਸਿੰਘ ਦੀ ਵਿਸਰਾ ਰਿਪੋਰਟ ਆਉਂਦੀ ਹੈ ਤਾਂ ਬੇਅੰਤ ਕੌਰ ਬਾਜਵਾ ਤੇ ਜੋ 420 ਦਾ ਕੇਸ ਹੈ ਉਹਦੀਆਂ ਧਾਰਾਵਾਂ ਦੇ ਵਿੱਚ ਵਾਧਾ ਕੀਤਾ ਜਾ ਸਕਦਾ ਹੈ। ਤੇ ਹੁਣ ਧਾਰਾਵਾਂ ਦੇ ਵਿੱਚ ਵਾਧਾ ਹੋਇਆ ਜੀ, ਉਹਦੇ ਬਾਰੇ ਥੋੜੀ ਜਾਣਕਾਰੀ ਦਿਓ, ਕੀ ਹੁਣ ਨਵਾਂ ਪੱਖ ਸਾਹਮਣੇ ਆਇਆ? ਹਾਂਜੀ, ਮੇਰੀ ਕੱਲ ਗੱਲ ਹੋਈ ਸੀ ਲਵਪ੍ਰੀਤ ਲਾਡੀ ਦੇ ਡੈਡੀ ਨਾਲ ਔਰ ਚਾਚਾ ਜੀ ਨਾਲ ਗੱਲ ਹੋਈ ਸੀ ਮੇਰੀ। ਉਹਨਾਂ ਦਾ ਫੋਨ ਵੀ ਆਇਆ ਸੀ ਮੈਨੂੰ ਸਵੇਰੇ ਕੱਲ, ਤੇ ਵੀ ਜਿਹੜੀ ਧਾਰਾ 306 ਜਿਹੜੀ ਐਡ ਕਰ ਦਿੱਤੀ ਗਈ ਹੈ, ਜਿਹੜੀ ਧਾਰਾ 306 ਹੈਗੀ ਅਬੈਟਮੈਂਟ ਟੂ ਸੁਸਾਈਡ, ਕਿਸੇ ਨੂੰ ਸੁਸਾਈਡ ਲਈ ਉਕਸਾਉਣਾ, ਉਹ ਕਿਵੇਂ ਲਾਗੂ ਕੀਤੀ ਹੈ? ਉਹ ਜਿਹੜੀ ਵਿਸਰਾ ਤੇ ਕੈਮੀਕਲ ਰਿਪੋਰਟ ਆਈ ਹੈ ਫੋਰੈਂਸਿਕ ਲੈਬ ਤੋਂ ਜਿਹੜੀ ਆਉਂਦੀ ਹੁੰਦੀ ਹੈ, ਠੀਕ ਹੈ, ਮੈਡੀਕਲ ਰਿਪੋਰਟ ਜਿਹਨੂੰ ਕਹਿੰਦੇ ਆਪਾਂ, ਉਹਦੇ 'ਚ ਜਿਹੜਾ ਕਲੋਰੋਫਾਸਫੇਸ ਕੋਈ ਜਿਹੜਾ ਪੈਸਟੀਸਾਈਡ ਜਿਹਨੂੰ ਕਹਿੰਦੇ ਨੇ ਆਪਾਂ ਸਪਰੇਅ ਕਰਦੇ ਹਾਂ ਖੇਤਾਂ 'ਚ, ਉਹਨੇ ਲਾਡੀ ਨੇ ਪੀਤਾ, ਸੁਸਾਈਡ ਕੀਤਾ ਪੀ ਕੇ ਉਹਨੇ, ਠੀਕ ਹੈ। ਸੁਸਾਈਡ ਦੇ ਕਾਰਨ ਤੁਹਾਨੂੰ ਸਾਰਿਆਂ ਨੂੰ ਪਤਾ, ਚੈਟ ਵਗੈਰਾ ਸਾਰੀ ਆਈ ਵੀ ਹੈ, ਕੀ ਕਾਰਨ ਬਣੇ ਉਹ ਪਤਾ ਹੀ ਹੈ, ਠੀਕ ਹੈ। ਪੁਲਿਸ ਨੇ ਉਹ ਧਾਰਾ 306 ਐਡ ਕਰ ਲਈ, ਅਬੈਟਮੈਂਟ ਟੂ ਸੁਸਾਈਡ, ਜਿਹਦੀ 10 ਸਾਲ ਦੀ ਸਜ਼ਾ ਮੈਕਸੀਮਮ। ਤੇ ਇਸ ਤੋਂ ਪਹਿਲਾਂ 420 ਦੀ ਧਾਰਾ ਪਹਿਲਾਂ ਹੀ ਦਰਜ ਸੀਗੀ, ਤੇ ਉਹਦੇ 'ਚ ਫਰਾਡ ਐਂਡ ਚੀਟਿੰਗ ਹੈਗੀ ਹੈ, ਉਹ ਤਾਂ ਚੱਲ ਹੀ ਰਿਹਾ ਕੇਸ। ਤੇ ਹੁਣ ਅੱਗੇ ਜੇ ਕੋਈ ਉਹਨਾਂ ਨੇ ਹੋਰ ਕੁਝ ਐਡ ਕਰਨਾ ਹੋਇਆ, ਜਿਵੇਂ 120 ਬੀ ਵੀ ਐਡ ਕਰਨ ਦੀ ਜਿਹੜੇ ਪਰਿਵਾਰ ਦੀ ਮੰਗ ਹੈ ਕਿ 120 ਬੀ ਐਡ ਕੀਤੀ ਜਾਵੇ, ਤੇ ਉਹ ਵੀ ਹੋ ਸਕਦੀ ਹੈ। ਥੋੜ੍ਹਾ ਜਿਹਾ ਉਹਨਾਂ ਨੂੰ ਪ੍ਰੂਫ ਚਾਹੀਦੇ ਨੇ, ਹੋਰ ਪ੍ਰੂਫ ਇਕੱਠੇ ਕਰ ਰਹੇ ਨੇ, ਕੁਛ ਪ੍ਰੂਫ ਮੈਂ ਵੀ ਇਹਨਾਂ ਨੂੰ ਦੇ ਰਿਹਾ ਤੇ ਕੁਛ ਉਹਨਾਂ ਕੋਲ ਆਪਣੇ ਵੀ ਹੈਗੇ ਨੇ, ਤੇ ਉਹਦੇ ਮੁਤਾਬਿਕ ਉਹ ਐਡ ਕਰ ਸਕਦੇ ਨੇ। ਤੇ ਇਹ ਜਿਹੜਾ ਸਾਰਾ ਕੇਸ ਹੈਗਾ ਜਿਵੇਂ ਇੱਕ ਤਾਂ ਨੈਚੁਰਲੀ ਜਿਵੇਂ ਕਹਿ ਸਕਦੇ ਹਾਂ ਆਪਾਂ ਵੀ ਚੱਲ ਰਿਹਾ, ਉਹਨੂੰ ਐਡ ਕਰਨੀ ਪੈਣੀ ਸੀ ਧਾਰਾ 306 ਪੁਲਿਸ ਨੂੰ, ਕਿਉਂਕਿ ਉਹਨੇ ਸੁਸਾਈਡ ਕੀਤਾ ਕਲੋਰੋ ਜਿਹੜਾ ਫਾਸਫਰਸ ਪੀ ਕੇ, ਜਿਹੜੀ ਵੀ ਪੈਸਟੀਸਾਈਡ ਜਿਹਨੂੰ ਕਹਿੰਦੇ ਨੇ। ਤੇ ਉਹਦੇ ਮੁਤਾਬਿਕ ਹੁਣ ਇਹਦਾ ਕੇਸ ਚਲਾਨ ਪੇਸ਼ ਹੋਊਗਾ, ਫਿਰ ਚਾਰਜ ਲੱਗੂਗਾ, ਤੇ ਉਸ ਤੋਂ ਬਾਅਦ ਇਹ ਜਿਹੜਾ ਬੇਅੰਤ ਕੌਰ ਦਾ ਜਿਹੜਾ ਲੁੱਕ ਆਊਟ ਨੋਟਿਸ ਜਿਹਨੂੰ ਕਹਿੰਦੇ ਜਾਂ ਸਰਕੂਲਰ ਕਹਿੰਦੇ LOC, ਉਹ ਇਸ਼ੂ ਹੋਊਗਾ ਜੇ ਨਹੀਂ ਆਉਂਦੀ ਇੱਥੇ ਟਰਾਇਲ ਤੇ ਉਹ ਇੱਕ ਇੰਡੀਆ ਤੇ ਕੈਨੇਡਾ ਦੀ ਐਕਸਟ੍ਰਾਡੀਸ਼ਨ ਟ੍ਰੀਟੀ ਵੀ ਹੈ। ਤਾਂ ਇੰਡੀਆ ਦੀ ਸਰਕਾਰ ਉਹਨੂੰ ਕਹਿ ਸਕਦੀ ਹੈ, ਜਿਹੜੀ ਪੁਲਿਸ ਡਿਪਾਰਟਮੈਂਟ ਮਿਲ ਕੇ, ਫੋਰਨ ਮਿਨਿਸਟਰੀ ਨਾਲ ਮਿਲ ਕੇ, ਹੋਮ ਮਿਨਿਸਟਰੀ ਨਾਲ ਮਿਲ ਕੇ, ਕਿ ਇਹਨੂੰ ਉੱਥੋਂ ਭੇਜਿਆ ਜਾਵੇ। ਕੈਨੇਡਾ ਦੀ ਸਰਕਾਰ ਨੂੰ ਲਿਖ ਸਕਦੀ ਹੈ ਕਿ ਇਹਨੂੰ ਉੱਥੋਂ ਭੇਜਿਆ ਜਾਵੇ, ਕਿ ਇੱਥੇ ਟਰਾਇਲ ਹੈ, ਇਹਦੇ ਤੇ ਕੇਸ ਪਰਚਾ ਦਰਜ ਹੈ। ਦੇਖੋ, ਜਿਹੜਾ ਡੈਪੋਟੇਸ਼ਨ ਦਾ ਹੈਗਾ ਪੁਆਇੰਟ, ਉਹ ਜਿਹੜਾ ਮੈਂ ਕੇਸ ਜਿਹੜਾ ਪਰਸਿਊ ਕਰ ਰਿਹਾ ਕੈਨੇਡਾ 'ਚ, ਸਵਾਲ ਤੇ ਆ ਰਿਹਾ ਸੀ ਕਿ ਕਿਉਂਕਿ ਸਭ ਤੋਂ ਵੱਡਾ ਸਵਾਲ ਹੈ ਇਸ ਵੇਲੇ ਕਿ ਜਦੋਂ ਤੋਂ ਕੇਸ ਸਾਹਮਣੇ ਆਇਆ ਕਿ ਬੇਅੰਤ ਕੌਰ ਬਾਜਵਾ ਕਦੋਂ ਰਿਪੋਰਟ ਹੋਊਗੀ, ਉਹਦੇ ਬਾਰੇ ਵੀ ਥੋੜਾ ਦੱਸੋ ਜੀ। ਦੇਖੋ, ਮੈਂ ਤੁਹਾਨੂੰ ਦੱਸਿਆ ਕਿ ਜਿਹੜਾ ਇੱਥੇ ਜਿਹੜੇ ਧਾਰਾ ਲੱਗੀਆਂ ਨੇ, ਉਹ ਇੱਥੇ ਨੂੰ ਥੋੜਾ ਟਾਈਮ ਲੱਗੂਗਾ। ਤੁਹਾਨੂੰ ਪਤਾ ਇੱਥੇ ਸਿਸਟਮ ਲੰਬਾ ਹੈ। ਉੱਥੋਂ ਐਕਸਟ੍ਰਾਡੀਸ਼ਨ ਟ੍ਰੀਟੀ ਦੇ ਜਿਹੜੀ ਮਿਨਿਸਟਰੀ, ਜਿਹੜੀ ਸੈਂਟਰ, ਜਿਹੜੀ ਕੇਂਦਰ ਸਰਕਾਰ ਆ, ਉਹ ਨਾਲ ਇਨਵੋਲਵ ਹੁੰਦੀ, ਉਹਨੂੰ ਲਿਖਣਾ ਪੈਂਦਾ। ਜਿਹੜੀ ਰਾਜ ਸਰਕਾਰ ਦੀ ਹੋਮ ਮਿਨਿਸਟਰੀ ਲਿਖਦੀ ਹੈ ਅੱਗੇ, ਪੁਲਿਸ ਡਿਪਾਰਟਮੈਂਟ ਅੱਗੇ, ਜਿਹੜੀ ਉਹਨੂੰ ਟਾਈਮ ਲੱਗੂਗਾ, ਉਹਨੂੰ 6 ਮਹੀਨੇ, ਸਾਲ, 2 ਸਾਲ ਵੀ ਲੱਗ ਸਕਦੇ ਨੇ। ਤੇ ਇਸ ਤੋਂ ਇਲਾਵਾ ਜਿਹੜਾ ਕੈਨੇਡਾ 'ਚ ਮੈਂ ਪਰਸਿਊ ਕਰ ਰਿਹਾ ਕੇਸ ਕੱਲ ਭੇਜਿਆ ਮੈਂ ਧਾਰਾ 306 ਵੀ ਲਿਖ ਕੇ ਭੇਜੀ ਹੈ ਉਹਨਾਂ ਨੂੰ ਮੈਂ ਦੁਪਹਿਰ ਤੋਂ ਬਾਅਦ, ਜਦੋਂ ਮੈਨੂੰ ਸਵੇਰੇ ਪਤਾ ਚੱਲਿਆ। ਉਹ ਜਿਹੜਾ ਕੈਨੇਡਾ 'ਚੋਂ ਡੈਪੋਟੇਸ਼ਨ ਹੋਣੀ ਹੈ, ਉਹ ਕੈਨੇਡਾ ਦੇ ਕਾਨੂੰਨ ਦੇ ਮੁਤਾਬਿਕ ਹੋਣੀ ਹੈ, ਇੰਡੀਆ ਦੇ ਕਾਨੂੰਨ ਮੁਤਾਬਿਕ ਨਹੀਂ ਹੋਣੀ, ਠੀਕ ਹੈ।
हाँ जी, वो क्योंकि इंडिया के कानून के मुताबिक जब तक वो गिल्टी प्रूव नहीं होंगी, जब तक उन्होंने नहीं, तुसीं कह सकते वो गिल्टी का केस चलना, चलान पेश होऊ, चार्ज लगू, फिर अगे जाके गिल्टी जी होगी या सज़ा मिलू, जो भी है वो टाइम लग सकता। जी सरकार कह सकती है पहला वो दिखाओ, ठीक है। हुण डिपेंड करता सज़ा कितनी होंगी है, और 306 जे 10 साल की सज़ा होंगी है, फिर तो 100% वो जी डेपोटेशन उस मुताबिक वो लॉन्ग टर्म जो सवाल है, काफ़ी लंबा समय लगू। जी मैं केस कर रहा, जो मेरे को प्रूफ ने इमीग्रेशन लॉ जो है कैनेडा का, इमीग्रेशन रिफ्यूजी प्रोटैक्शन एक्ट की धारा 40 के मुताबिक ਇਹਦੇ ਖਿਲਾਫ ਕਾਫੀ ਪੁਖਤਾ ਸਬੂਤ ਨੇ। ਉਹ 3 ਤੋਂ ਲੈ ਕੇ 6 ਮਹੀਨੇ ਚ ਡਿਪੋਰਟ ਹੋ ਜਾਊਗੀ ਇਹ, ਜਿਵੇਂ ਮੈਂ ਉੱਥੇ ਲਾ ਤੋੜੇ ਕੈਨੇਡਾ ਦਾ ਲਾ ਵੀ ਕੋਈ ਬ੍ਰੇਕ ਕੀਤਾ ਹੋਇਆ ਬੇਅੰਤ ਕੌਰ ਬਾਜਵਾ ਵੱਲੋਂ, ਜਿਹਦੇ ਜ਼ਰੀਏ ਦੀ ਡੈਪੂਟੇਸ਼ਨ ਹੋ ਸਕਦੀ ਹੈ, ਰਿਪੋਰਟ ਹੋ ਸਕਦੀ ਹੈ। ਨਹੀਂ, ਤੁਸੀਂ ਮੈਨੂੰ ਦੁਬਾਰਾ ਦੱਸੋ ਸਵਾਲ ਕੀ ਹੈ ਤੁਹਾਡਾ? ਸਰ ਵੀ ਜਿਵੇਂ ਤੁਸੀਂ ਕਿਹਾ ਵੀ ਇੱਥੇ ਦੇ ਲਾਅ ਦੇ ਹਿਸਾਬ ਦੇ ਨਾਲ ਮੈਟਰ ਨਹੀਂ ਕਰਦਾ ਕੈਨੇਡਾ ਦੇ ਵਿੱਚ ਜੋ ਡਿਪੋਰਟ ਹੋਣਾ ਬੇਅੰਤ ਕੌਰ ਬਾਜਵਾ ਨੇ, ਕੀ ਕੋਈ ਲਾ ਕੈਨੇਡਾ ਦਾ ਵੀ ਤੋੜਿਆ ਗਿਆ ਬੇਅੰਤ ਕੌਰ ਬਾਜਵਾ ਵੱਲੋਂ, ਜਿਵੇਂ ਕਿ ਤੁਸੀਂ ਦੱਸਿਆ ਇਮੀਗ੍ਰੇਸ਼ਨ ਦੇ ਤੁਹਾਡੇ ਵੱਲੋਂ ਕੇਸ ਤਿਆਰ ਕਰਕੇ ਭੇਜਿਆ? ਉਹਨੇ 2 ਲਾਅ ਤੋੜੇ ਨੇ, ਇੱਕ ਤਾਂ ਹੈਗਾ ਇਮੀਗ੍ਰੇਸ਼ਨ ਰਿਫਿਊਜੀ ਪ੍ਰੋਟੈਕਸ਼ਨ ਦੀ ਐਕਟ ਦੀ ਧਾਰਾ 40 ਜਿਹੜੀ ਹੈਗੀ ਹੈ ਮਿਸ ਰਿਪਰੈਜ਼ੈਂਟੇਸ਼ਨ, ਇੱਕ ਹੈਗਾ ਇਮੀਗ੍ਰੇਸ਼ਨ ਰਿਫਿਊਜੀ ਪ੍ਰੋਟੈਕਸ਼ਨ ਰੈਗੂਲੇਸ਼ਨ ਦੀ ਧਾਰਾ 4 ਮੈਰਿਜ ਆਫ ਕਨਵੀਨੀਅੰਸ, ਬੈਡ ਫੇਥ ਮੈਰਿਜ ਜਿਹਨੂੰ ਕਹਿੰਦੇ ਆ, ਜਿਹੜੀ ਇਮੀਗ੍ਰੇਸ਼ਨ ਜਿਹੜੀ ਸਟੱਡੀ ਪਰਮਿਟ ਤੇ ਗਈ ਆ ਉਹ ਹੁਣ ਵਰਕ ਪਰਮਿਟ ਤੇ ਆ, ਉਹਨੇ PR ਵੀ ਲਾਤੀ, ਉਹ ਸਾਰਾ ਕੁਝ ਉਹਨੇ ਇਮੀਗ੍ਰੇਸ਼ਨ ਗੇਨ ਕਰਨ ਲਈ ਵਿਆਹ ਕਰਾਇਆ, ਉਹਦੇ ਪੈਸੇ ਲਵਾਏ ਮੁੰਡੇ ਵਾਲੇ ਦੇ, ਇਹ ਇੱਕ ਬੈਡ ਫੇਥ ਮੈਰਿਜ ਗਿਣਿਆ ਜਾਂਦਾ ਕੈਨੇਡਾ ਦੀ ਸਰਕਾਰ, ਕੈਨੇਡਾ ਦੇ ਲਾਅ ਦੇ ਮੁਤਾबिक। ਇਹ ਬਹੁਤ ਜਿਹੜਾ ਸਖਤ ਹੈ ਕਾਨੂੰਨ ਇਸ ਮਾਮਲੇ 'ਚ। ਭਾਰਤ ਦੇ ਵਿੱਚ, ਇੰਡੀਆ ਦੇ ਵਿੱਚ ਚਾਹੇ ਬੇਸ਼ੱਕ ਇਹਨੂੰ ਲਾਈਟਲੀ ਲਿਆ ਜਾਂਦਾ ਵੀ, ਕੈਨੇਡਾ ਦੇ ਵਿੱਚ ਇਸ ਚੀਜ਼ ਨੂੰ ਬਹੁਤ ਹੀ ਸਖਤਾਈ ਨਾਲ ਲਿਆ ਜਾਂਦਾ। ਕੋਈ ਬੰਦਾ ਝੂਠ ਬੋਲਦਾ ਆਪਣੀ ਐਪਲੀਕੇਸ਼ਨ 'ਚ, ਕੰਟਰੈਕਟ ਮੈਰਿਜ ਕਰਦਾ, ਮੈਰਿਜ ਆਫ ਕਨਵੀਨੀਅੰਸ ਜਿਹਨੂੰ ਕਹਿੰਦੇ ਆ, ਜਿਵੇਂ ਕਿ ਉਹਨੇ ਆਪਣੀ ਸਟੱਡੀ ਪਰਮਿਟ ਦੀ ਐਪਲੀਕੇਸ਼ਨ 'ਚ ਆਪਣੇ ਪੇਰੈਂਟਸ ਦੇ ਫੰਡ ਦਿਖਾਏ ਨੇ, ਜਦ ਕਿ ਫੰਡ ਉਹਨੇ ਬਲਵਿੰਦਰ ਸਿੰਘ ਕੋਲ ਲਏ ਨੇ $27,000 ਤਕਰੀਬਨ। 2018 'ਚ 51 ਲੈ ਕੇ $52 ਦਾ ਰੇਟ ਸੀਗਾ, 13,80,000 $27,000 ਬਣਦਾ ਤਕਰੀਬਨ। ਉਹ $27,000 $26,208 ਉਹਨੇ ਫੀਸ ਭਰੀ ਹੈ। ਇਹ ਲਿਖ ਕੇ ਕਿ ਮੇਰੇ ਪੇਰੈਂਟਸ ਜਿਹੜੇ ਮੇਰੇ ਫਾਦਰ ਨੇ ਐਗਰੀਕਲਚਰਲਿਸਟ ਨੇ, ਉਹਨੇ ਐਪਲੀਕੇਸ਼ਨ 'ਚ ਲਿਖਿਆ ਕਿ ਉਹਦੀ ਇਨਕਮ ਹੈ। ਦੂਸਰੇ ਪਾਸੇ ਬੇਅੰਤ ਕੌਰ ਦੇ ਜਿਹੜੇ ਪੇਰੈਂਟਸ ਮੰਮੀ ਡੈਡੀ ਕਹਿ ਰਹੇ ਨੇ ਕਿ ਪੈਸੇ ਅਸੀਂ ਨਹੀਂ ਲਾਏ, ਇੰਟਰਵਿਊ 'ਚ ਤੁਸੀਂ ਸੁਣ ਲਓ ਕਿ ਪੈਸੇ ਸਾਰੇ ਮੁੰਡੇ ਵਾਲਿਆਂ ਨੇ ਲਾਏ ਨੇ, ਠੀਕ ਹੈ। ਉਹ ਕਾਪੀਆਂ ਵੀ ਮੈਂ ਦੇਖੋ USB ਜਿਹਨੂੰ ਪੈਨ ਡਰਾਈਵ ਕਹਿੰਦੇ ਆ, ਮੈਂ ਬਣਾ ਕੇ ਨਾਲ ਕੈਨੇਡਾ ਭੇਜ ਚੁੱਕੇ ਹਾਂ। ਪ੍ਰਾਈਮ ਮਿਨਿਸਟਰ ਆਫ ਕੈਨੇਡਾ ਨੂੰ, ਇਮੀਗ੍ਰੇਸ਼ਨ ਮਿਨਿਸਟਰ ਆਫ ਕੈਨੇਡਾ ਨੂੰ, ਜਿਹੜੀ ਨਿਊ ਦਿੱਲੀ ਹਾਈ ਕਮਿਸ਼ਨ ਆ, ਜਿਹੜਾ ਕੈਨੇਡੀਅਨ ਹਾਈ ਕਮਿਸ਼ਨ ਨਿਊ ਦਿੱਲੀ, ਤੇ ਉੱਥੇ ਜਿਹੜਾ CBSA ਕੈਨੇਡਾ ਬਾਰਡਰ ਸਰਵਿਸ ਏਜੰਸੀ ਜਿਹੜੀ IRCC ਜਿਹਨੂੰ ਕਹਿੰਦੇ, ਇਸ ਤੋਂ ਇਲਾਵਾ ਉੱਥੇ ਮੈਂ ਭੇਜ ਚੁੱਕਿਆ ਸਾਰੀਆਂ ਕਾਪੀਜ਼ ਈਮੇਲ ਰਾਹੀਂ ਵੀ, ਤੇ ਕਾਰਵਾਈ ਸ਼ੁਰੂ ਹੋ ਚੁੱਕੀ ਹੈ। ਉਹਦੇ ਨਾਲ ਇਹ ਡੈਪੋਟੇਸ਼ਨ ਜਲਦੀ ਹੋਣੀ ਹੈ, ਇਹਦੀ 3 ਤੋਂ ਲੈ ਕੇ 6 ਮਹੀਨੇ 'ਚ ਡੈਪੋਟੇਸ਼ਨ ਹੋਈ। ਉਰੇ ਜਿਹੜਾ ਇੰਡੀਆ 'ਚ ਹੈ ਇਹ ਤਾਂ ਲੰਬਾ ਪ੍ਰੋਸੀਜਰ ਹੈ, ਠੀਕ ਹੈ, ਇਹਨੂੰ ਲੰਬਾ ਟਾਈਮ ਲੱਗੂਗਾ, 6 ਮਹੀਨੇ ਤੋਂ ਲੈ ਕੇ 5 ਸਾਲ ਵੀ ਲੱਗ ਸਕਦੇ ਨੇ। ਜਿਹੜਾ ਮੈਂ ਪ੍ਰੋਸੀਜਰ ਫੋਲੋ ਕਰ ਰਿਹਾ ਉਹਦੇ ਨਾਲ ਡੈਪੋਟੇਸ਼ਨ ਹੋਣੀ ਹੈ, ਕਿਉਂਕਿ ਕੈਨੇਡਾ ਦੇ ਕਾਨੂੰਨ ਦੇ ਮੁਤਾਬਿਕ ਉਹਨੇ ਬਹੁਤ ਬੜਾ ਗੁਨਾਹ ਕੀਤਾ, ਉਹਨੇ ਇਹਨੂੰ ਲਾਈਟਲੀ ਨਹੀਂ ਲਿਆ ਜਾਂਦਾ। ਝੂਠ ਬੋਲਣਾ ਆਪਣੀ ਐਪਲੀਕੇਸ਼ਨ ਦੇ ਵਿੱਚ ਮਟੀਰੀਅਲ ਫੈਕਟ ਹੈ, ਇਹ ਡਾਕੂਮੈਂਟਰੀ ਫਰਾਡ ਕੀਤਾ ਇਹਨੇ ਆਪਣੇ ਪੇਰੈਂਟਸ ਬਾਰੇ ਲਿਖ ਕੇ ਕਿ ਉਹ ਐਗਰੀਕਲਚਰਲਿਸਟ ਨੇ, ਉਹਨਾਂ ਦੀ ਜਿਹੜੀ ਸਾਰੇ ਫੀਸ ਉਹਨਾਂ ਨੇ ਦਿੱਤੀ ਹੈ, ਜਦ ਕਿ ਸਬੂਤ ਹੈ 13,80,000 ਦੀ ਐਂਟਰੀ HDFC ਬੈਂਕ 'ਚੋਂ ਟਰਾਂਸਫਰ ਹੋਈ ਹੈ ਸਟੇਟ ਬੈਂਕ ਆਫ ਇੰਡੀਆ ਖੁੱਡੀ ਕਲਾਂ ਬ੍ਰਾਂਚ ਜਿਹੜੀ ਹੈਗੀ ਹੈ ਬੇਅੰਤ ਕੌਰ ਦੇ ਅਕਾਊਂਟ ਦੇ ਵਿੱਚ। ਉਹਦਾ ਪ੍ਰੂਫ ਪੂਰਾ ਨਾਲ ਗਿਆ, ਉੱਥੇ ਹਰ ਚੀਜ਼ ਅਸੀਂ ਲਿਖ ਕੇ ਲਾਈ ਹੈ। ਤੇ ਤਕਰੀਬਨ ਮੈਂ 18 ਤੋਂ 19 ਪੇਜ ਦਾ ਆਪਣਾ ਕਵਰ ਲੈਟਰ ਲਾਇਆ, ਜਿਸ 'ਚ ਮੈਂ ਪੂਰੀ ਐਕਸਪਲੇਨ ਕੀਤੀ ਹੈ ਇੱਕ ਚੀਜ਼, ਇੱਕ ਜਿਹੜੀ ਸੀਕੁਐਂਸ ਆਫ ਇਵੈਂਟ, ਟਾਈਮ ਲਾਈਨਸ, ਠੀਕ ਹੈ, ਸਰਾਊਂਡਿੰਗ ਸਰਕਮਸਟਾਂਸਿਸ ਜਿਵੇਂ ਉੱਥੇ ਬੋਲਦੇ ਆ, ਤੇ ਉਹ ਸਾਰਾ ਲਿਖ ਕੇ ਮੈਂ ਐਕਸਪਲੇਨ ਕਰਕੇ ਭੇਜਿਆ। ਉਹਦੇ ਬਾਕਸ ਬਣਾ ਕੇ, ਪੂਰੇ ਚਾਰਟ ਬਣਾ ਕੇ, ਆਰਗੇਨਾਈਜ਼ ਚਾਰਟ ਬਣਾ ਕੇ ਭੇਜਿਆ ਮੈਂ ਸਾਰਾ, ਵੀ ਕਿ ਕਦੋਂ ਕਿਹੜੀ ਘਟਨਾ ਹੋਈ। ਇਹਦੇ ਆਈਲੈਟਸ ਸਟਾਰਟ ਕਰ ਲਈ ਆਪਾਂ 2017 ਤੋਂ, ਨਵੰਬਰ 2017 ਜਿਹਨੇ ਆਈਲੈਟਸ ਕੀਤੀ ਕੁੜੀ ਨੇ। ਉਹ ਪੂਰੀ ਜਿਹੜੀਆਂ ਘਟਨਾਵਾਂ ਨੇ, ਇੱਕ ਘਟਨਾਵਾਂ ਦੇ ਨਾਲ ਡੇਟ, ਉਹਦੇ ਰੀਜ਼ਨ, ਕਾਰਨ, ਕਦੋਂ ਕੀ ਹੋਇਆ, ਸਾਰਾ ਅਸੀਂ ਉੱਥੇ ਇੱਦਾਂ ਹੀ ਕੇਸ ਲੜਦੇ ਹਾਂ ਕੈਨੇਡਾ 'ਚ ਅਸੀਂ। ਉਹ ਸਾਰਾ ਲਿਖ ਕੇ ਭੇਜਿਆ ਮੈਂ, ਤੇ ਉਹਦੇ ਮੁਤਾਬਿਕ ਇਹਦੇ 'ਚ ਮੇਰੇ ਹਿਸਾਬ ਨਾਲ 3 ਤੋਂ 6 ਮਹੀਨੇ 'ਚ ਐਕਸ਼ਨ ਹੋਈ। ਜੇ ਉਹਨੇ PR ਲੈ ਵੀ ਲਈ, PR ਲਾ ਵੀ ਦਿੱਤੀ, ਉਹਨੇ ਐਪਲੀਕੇਸ਼ਨ ਵੀ ਲਾਤੀ, ਤਾਂ ਉਹ ਡਿਪੋਰਟ ਫਿਰ ਵੀ ਹੋਊਗੀ, ਇੰਨੀ ਟੈਨਸ਼ਨ ਲੈਣ ਦੀ ਲੋੜ ਨਹੀਂ ਕਿਸੇ ਨੂੰ। ਜਿਵੇਂ ਕਿ ਸਰ ਤੁਸੀਂ ਦੱਸ ਵੀ ਦਿੱਤਾ ਕਿ ਬਰੀਕੀ ਦੇ ਨਾਲ ਕੇਸ ਤਿਆਰ ਕੀਤਾ ਗਿਆ, ਤੇ ਬਾਕੀ ਜਿਹੜੇ ਦੋਸਤ ਨਹੀਂ ਜਾਣਦੇ ਉਹਨਾਂ ਨੂੰ ਵੀ ਦੱਸ ਦਈਏ ਕਿ ਅਸ਼ੋਕ ਅਰੋੜਾ ਜੀ ਸਿਟੀਜ਼ਨ ਨੇ ਕੈਨੇਡਾ ਦੇ ਵਿੱਚ, ਤੇ ਲੀਗਲੀ ਤੌਰ ਤੇ IRCC ਦੇ ਤੁਸੀਂ ਮੈਂਬਰ ਵੀ ਹੋ। ਤੇ ਸਰ ਲੋਕਾਂ ਦੇ ਮਤਲਬ ਪੱਖ ਕਲੀਅਰ ਕਰਨ ਦੇ ਲਈ ਜੇਕਰ ਦੇਖਿਆ ਜਾਵੇ, ਕਿਉਂਕਿ ਕੇਸ ਤੁਸੀਂ ਤਿਆਰ ਕੀਤਾ, ਕਾਫੀ ਬਰੀਕੀ ਦੇ ਨਾਲ ਕੇਸ ਨੂੰ ਤਿਆਰ ਕੀਤਾ, ਤੁਸੀਂ ਕਾਫੀ ਨੇੜੇ ਤੋਂ ਜਾਣਦੇ ਹੋ ਕੈਨੇਡਾ ਦੇ ਕਾਨੂੰਨਾਂ ਨੂੰ, ਕਿੰਨੇ % ਚਾਂਸ ਲੱਗਦੇ ਨੇ ਜੋ ਬੇਅੰਤ ਕੌਰ ਬਾਜਵਾ ਡਿਪੋਰਟ? 100% ਚਾਂਸ ਨਹੀਂ, 100% ਚਾਂਸ ਨਹੀਂ ਜੀ, ਕਿਉਂਕਿ ਸਬੂਤ ਮੈਂ ਦੇਖ ਲਿਆ। ਮੈਂ ਕੈਨੇਡਾ 'ਚ ਪੜ੍ਹਿਆ, ਉੱਥੇ ਗੋਰਿਆਂ ਨਾਲ ਪੜ੍ਹਿਆ, ਮੈਂ ਗੋਰਿਆਂ ਨਾਲ ਕੰਮ ਕੀਤਾ, ਉਹਨਾਂ ਦੇ ਕੰਮ ਕਰਨ ਦਾ ਮੈਨੂੰ ਸਟਾਈਲ ਪਤਾ, ਉਹ ਕੀ ਚੀਜ਼ ਨੂੰ ਲਾਈਕ ਕਰਦੇ ਨੇ, ਡਿਸਲਾਈਕ ਕਰਦੇ ਨੇ, ਉਹ ਝੂਠ ਨੂੰ ਬਹੁਤ ਨਾਪਸੰਦ ਕਰਦੇ ਨੇ।
ਐਪਲੀਕੇਸ਼ਨ 'ਚ ਉਹਦੀ ਸਟੱਡੀ ਪਰਮਿਟ 'ਚ 100% ਝੂਠ ਬੋਲਿਆ ਗਿਆ। ਉਹ ਪੁਆਇੰਟ ਸਾਰੇ ਕੱਢ ਕੇ ਮੈਂ ਲਾਏ ਨੇ ਪੇਪਰ, ਠੀਕ ਹੈ, ਤੇ ਉਹਦੇ ਨਾਲ ਐਕਸ਼ਨ ਹੋਊਗਾ ਹੀ ਹੋਊਗਾ, ਠੀਕ ਹੈ, ਦੇਰ ਨਾਲ ਹੋਊਗਾ ਚਾਹੇ ਥੋੜਾ ਬਹੁਤ, ਲੇਕਿਨ ਮਿਲੂਗਾ ਆਪਾਂ ਨੂੰ ਜਿਹੜਾ ਇਨਸਾਫ ਮਿਲੂਗਾ। ਜਿਵੇਂ ਕਿ ਤੁਸੀਂ ਪਹਿਲੀ ਇੰਟਰਵਿਊ ਦੇ ਵਿੱਚ ਵੀ ਇਹ ਸਵਾਲ ਨੂੰ ਵੈਸੇ ਤਾਂ ਕਲੀਅਰ ਕਰ ਚੁੱਕੇ ਹੋ, ਫਿਰ ਵੀ ਕਾਫੀ ਦੋਸਤਾਂ ਦੇ ਸਾਨੂੰ ਵੀ ਕਮੈਂਟ ਆਉਂਦੇ ਨੇ ਜਦੋਂ ਵੀ ਇਸ ਵਿਸ਼ੇ ਤੇ ਵੀਡੀਓ ਪੈਂਦੀ ਹੈ ਕਿ ਜੋ ਬੇਅੰਤ ਕੌਰ ਬਾਜਵਾ ਦਾ ਇੰਨਾ ਜ਼ਿਆਦਾ ਵਿਰੋਧ ਹੋ ਰਿਹਾ ਹੈ, ਲੋਕ ਇੱਕ ਤਰੀਕੇ ਦੇ ਨਾਲ ਕਹਿ ਸਕਦੇ ਹਨ ਨਫ਼ਰਤ ਕਰ ਰਹੇ ਨੇ ਕਿ ਕਿਤੇ ਨਾ ਕਿਤੇ ਇਸ ਦਾ ਫਾਇਦਾ ਬੇਅੰਤ ਕੌਰ ਬਾਜਵਾ ਲੈ ਸਕਦੀ ਹੈ, ਕੈਨੇਡਾ ਦੇ ਵਿੱਚ ਸ਼ਰਨਾਰਥੀ ਲਾ ਦੇ ਹਿਸਾਬ ਦੇ ਨਾਲ ਉਧਰ ਪ੍ਰੋਟੈਕਸ਼ਨ ਲੈ ਸਕਦੀ ਹੈ, ਕਿ ਇਦਾਂ ਦਾ ਕੁਝ ਹੈ? ਨਹੀਂ, ਦੇਖੋ ਜਿਹੜੀ ਰਿਫਿਊਜੀ, ਜਿਹੜਾ ਮੈਂ ਪਹਿਲਾਂ ਵੀ ਦੱਸਿਆ ਰਿਫਿਊਜੀ ਅਸਾਈਲਮ ਹੈ ਨਾ, ਉਹ ਲਾਣੀ ਲਾ ਕੋਈ ਵੀ ਸਕਦਾ, ਲੇਕਿਨ ਉਹ ਮਨਜ਼ੂਰ ਨਹੀਂ ਹੁੰਦੀ ਹੈਗੀ। ਆਪਾਂ ਵਿਜ਼ਟਰ ਵੀਜ਼ਾ ਦੀ ਐਪਲੀਕੇਸ਼ਨ ਲਾਉਂਦੇ ਹਾਂ, ਰਿਫਿਊਜ਼ ਹੋ ਜਾਂਦੀ ਹੈ, ਇੱਦਾਂ ਹੀ ਉਹੀ ਚੀਜ਼ ਹੈ। ਉਹ ਉਹਨੂੰ ਰੀਜ਼ਨ ਪੁੱਛਣਗੇ, ਕਾਰਨ ਦੇਖਣਗੇ, ਬੇਸਿਸ ਆਫ ਕਲੇਮ ਫਾਰਮ ਭਰਨਾ ਪੈਂਦਾ ਉੱਥੇ ਜਦੋਂ ਆਪਾਂ ਰਿਫਿਊਜੀ ਜਿਹੜਾ ਕਲੇਮ ਲਾਉਂਦੇ ਹਾਂ, ਤਾਂ ਉਹਦੇ 'ਚ ਲਿਖਣੇ ਪੈਂਦੇ ਨੇ ਕਾਰਨ, ਕਦੋਂ ਕੀ ਹੋਇਆ, ਸਾਰੀਆਂ ਘਟਨਾਵਾਂ ਲਿਖਣੀਆਂ ਪੈਂਦੀਆਂ। ਉਹ ਕਿਸ ਬੇਸ ਤੇ ਲਾਊਗੀ ਕਿ ਵੀ ਮੈਨੂੰ ਲੋਕਾਂ ਨੇ ਈਮੇਲ ਕਰ ਰਹੇ ਨੇ ਧਮਕੀਆਂ, ਈਮੇਲ ਧਮਕੀਆਂ ਕੋਈ ਗੱਲ ਨਹੀਂ, ਈਮੇਲ ਬਲੌਕ ਕਰ ਦੇ, ਮੈਨੂੰ ਈਮੇਲ ਤੇ ਧਮਕੀਆਂ ਆ ਰਹੀਆਂ, WhatsApp ਤੇ ਆ ਰਹੀਆਂ, ਫੋਨ ਤੇ ਆ ਰਹੀਆਂ, ਫੋਨ ਤੇ ਬਲੌਕ ਹੋ ਜਾਂਦਾ ਬੰਦਾ। ਮੈਨੂੰ ਹੁਣ ਬਹੁਤ ਬੰਦੇ ਥ੍ਰੈਟ ਕਰਦੇ ਨੇ, ਮੈਂ ਬਲੌਕ ਕਰ ਦਿੰਦਾ ਮੈਂ ਅਗਲੇ ਨੂੰ, ਠੀਕ ਹੈ, ਫੋਨ ਤੇ ਬਲੌਕ ਕਰ ਦਿਓ ਅਗਲੇ ਨੂੰ, ਈਮੇਲ ਤੇ ਬਲੌਕ ਕਰ ਦਿਓ, ਸਾਰੇ ਤਰੀਕੇ ਨੇ। ਉਹ ਸਿਰਫ ਜਿਹੜੀਆਂ ਧਮਕੀਆਂ, ਇਹਦੇ ਨਾਲ ਕੁਝ ਨਹੀਂ ਹੋਣ ਲੱਗਿਆ। ਜੇ ਮੰਨ ਲਓ ਕਹਿੰਦੀ ਹੈ ਵੀ ਉਹ ਝੂਠਾ ਆਪਣੇ ਆਪ ਤੇ ਹਮਲਾ ਵੀ ਕਰਾ ਲੈਂਦੀ ਹੈ ਉੱਥੇ, ਉਹ ਬੰਦੇ ਵੀ ਫੜੇ ਜਾਣਗੇ ਸਾਰੇ ਉੱਥੇ। ਹਰ ਜਿਹੜੀ ਪੁਲਿਸ ਉੱਥੇ ਬਹੁਤ ਸਮਾਰਟ ਆ, ਬਹੁਤ ਤੇਜ਼ ਹੈ। ਮੈਂ ਉੱਥੇ ਪੁਲਿਸ ਨਾਲ ਵੀ ਕੰਮ ਕੀਤਾ ਤੇ ਸਿਕਿਉਰਿਟੀ ਡਿਪਾਰਟਮੈਂਟ 'ਚ ਜਿਵੇਂ ਸੀਗਾ ਪਹਿਲਾਂ ਮੈਂ ਉੱਥੇ, ਜਦੋਂ ਮੈਂ ਨਵਾਂ ਗਿਆ ਸੀਗਾ, ਤਾਂ ਉੱਥੇ ਮੈਂ ਉਹਨਾਂ ਦੇ ਕੰਮ ਕਰਨ ਦਾ ਸਟਾਈਲ ਦੇਖਿਆ। ਪੁਲਿਸ ਬਹੁਤ ਇੰਟੈਲੀਜੈਂਟ ਸਮਾਰਟ ਆ, ਉਹ ਬੰਦੇ ਨੂੰ ਸ਼ੋਅ ਵੀ ਨਹੀਂ ਹੋਣ ਦਿੰਦੇ। ਜਿਹੜੇ ਬੰਦੇ ਦੇ ਝੂਠੇ ਮੰਨ ਲਓ ਹੁਣ ਝੂਠੇ ਹਮਲੇ ਕਰਵਾ ਲੈਂਦੀ ਆ ਆਪਣੇ ਤੇ, ਜਾਂ ਕੁਝ ਵੀ ਕਹਿ ਲੈਂਦੀ ਆ, ਤਾਂ ਉਹ ਸਾਰਾ ਤਰੀਕਾ ਕੱਢ ਲੈਂਦੇ ਨੇ, ਹਰ ਚੀਜ਼ ਝੂਠ ਫੜ ਲੈਂਦੇ ਨੇ ਬੰਦੇ ਦਾ। ਬਹੁਤ ਉਹਨਾਂ ਕੋਲ ਵੇ ਨੇ, ਉਹ ਬੰਦਿਆਂ ਨੂੰ ਵੀ ਫੜ ਲੈਣਗੇ, ਉਹਨਾਂ ਦੇ ਵੀ ਚਾਰਜ ਲਾਉਣਗੇ ਫਿਰ ਜਿਹੜੇ ਝੂਠੇ ਇਦਾਂ ਦੇ ਕਰਾਉਣਗੇ। ਮੈਂ ਤਾਂ ਕਹਿੰਦਾ ਵੀ ਕੋਈ ਕਿਸੇ ਨੂੰ ਕਹੋ ਨਾ ਉੱਥੇ ਬੇਅੰਤ ਕੌਰ ਨੂੰ ਕੋਈ ਧਮਕੀ ਨਾ ਦਿਓ, ਕੁਛ ਨਾ ਕਰੋ, ਕਾਨੂੰਨ ਨੇ ਆਪਣੇ ਆਪ ਹੀ ਕੰਮ ਕਰ ਦੇਣਾ, ਕੋਈ ਲੋੜ ਨਹੀਂ ਹੈਗੀ, ਠੀਕ ਹੈ। ਉਹ ਕੈਨੇਡਾ 'ਚ ਵੈਸੇ ਇਹ ਜਿਹਾ ਹੈ ਨਹੀਂ, ਸੇਫਟੀ ਸਿਕਿਉਰਿਟੀ ਸਭ ਕੁਝ ਵਧੀਆ, ਕੋਈ ਇਹੋ ਜਿਹੀ ਗੱਲ ਨਹੀਂ ਹੈਗੀ। ਪਿੱਛੇ ਜੇ ਮੈਂ ਸੁਣ ਰਿਹਾ ਸੀ ਇੰਟਰਵਿਊ ਕਿ ਕਿਸੇ ਨੇ ਕਿਹਾ ਵੀ ਉਹ ਬੇਅੰਤ ਕੌਰ ਮੀਡੀਆ 'ਚ ਨਾ ਆਵੇ, ਪੁਲਿਸ ਨੇ ਮਨਾ ਕੀਤਾ। ਮੇਰਾ ਇੰਨਾ ਹਾਸਾ ਨਿਕਲਿਆ, ਮੈਂ ਕਿਹਾ ਯਾਰ ਮੀਡੀਆ ਨੇ ਜਿਹੜੇ ਪਹਿਲਾਂ ਉਹਨੇ 3 ਇੰਟਰਵਿਊ ਦਿੱਤੇ ਨੇ, ਉਹ ਕਿਹੜਾ ਇਹ ਮਤਲਬ ਕਿ ਗੱਲ ਤਾਂ ਬੈਠ ਕੇ ਕੈਨੇਡਾ 'ਚ ਕਰ ਰਹੇ ਨੇ, ਪਰ ਸਿਸਟਮ ਬੰਗਲਾਦੇਸ਼ ਦਾ ਦੱਸ ਰਹੇ ਨੇ। ਮਤਲਬ ਕਿ ਇੰਨਾ ਕੈਨੇਡਾ ਦੇ ਵਿੱਚ ਕੋਈ ਇੰਟਰਵਿਊ ਜਾਂਦਾ ਹੀ ਨਹੀਂ ਸਟੂਡੀਓ ਤੇ। ਹੁਣ ਤੁਸੀਂ ਮੇਰਾ ਇੰਟਰਵਿਊ ਲੈ ਰਹੇ ਹੋ ਘਰੇ, ਸਕਾਈਪ ਤੇ ਲੈ ਰਹੇ ਹੋ, ਘਰ ਬੈਠਾ ਮੈਂ ਆਪਣੇ, ਤੁਸੀਂ ਆਪਣੇ ਆਫਿਸ ਬੈਠੇ ਹੋ, ਠੀਕ ਹੈ। ਇਦਾਂ ਹੀ ਉੱਥੇ ਹੈ, ਉੱਥੇ ਘਰੇ ਬੈਠੇ ਉਹਨੇ ਪਹਿਲੇ 3 ਇੰਟਰਵਿਊ ਘਰੇ ਬੈਠ ਕੇ ਦਿੱਤੇ ਨੇ। ਤੇ ਮੀਡੀਆ 'ਚ ਕਦੋਂ ਗਈ ਆ ਉਹ? ਕਹਿੰਦੇ ਜੀ ਪੁਲਿਸ ਨੇ ਰੋਕਤਾ, ਮੀਡੀਆ 'ਚ ਜਾਣਾ ਤੂੰ। ਦੱਸੋ ਇਹ ਕੀ ਹਾਸੋ ਹੀਣੀਆਂ ਗੱਲਾਂ ਕਰਦੇ ਨੇ ਉੱਥੇ। ਉਹ ਬਸ ਉਹਨੂੰ ਪਤਾ ਵੀ ਮੇਰੇ ਕੋਲ ਹੁਣ ਜਵਾਬ ਦੇਣ ਨੂੰ ਕੁਝ ਹੈ ਨਹੀਂ, ਮੈਂ ਫੜੀ ਗਈ, ਮੈਂ ਗਲਤੀਆਂ ਕੀਤੀਆਂ ਨੇ ਤੇ ਮੈਂ ਜਵਾਬ ਕੀ ਦੇਵਾਂ। ਉਹ ਬਹਾਨਾ ਮਾਰਤਾ ਕਿ ਮੈਂ ਇੰਟਰਵਿਊ ਦੇ ਨਹੀਂ ਸਕਦੀ। ਇਹ ਬਚਪਨਾ, ਜਿਹੜੀਆਂ ਬਚਪਨ ਵਾਲੀਆਂ ਹਰਕਤਾਂ ਨੇ ਜੀ, ਇਹ ਤਾਂ ਸਾਨੂੰ ਬੇਵਕੂਫ ਨਹੀਂ ਬਣਾ ਸਕਦੀ, ਲੋਕਾਂ ਨੂੰ, ਕੁਝ ਲੋਕਾਂ ਨੂੰ ਇੱਥੇ ਬੇਵਕੂਫ ਬਣਾ ਸਕਦੀ ਹੈ। ਤੇ ਸਰ ਇੱਕ ਹੋਰ ਵੀ ਬੇਅੰਤ ਕੌਰ ਬਾਜਵਾ ਵੱਲੋਂ ਕੁਝ ਬਿਆਨ ਸਾਹਮਣੇ ਆਏ ਸੀ ਜੋ ਵਿਸਰਾ ਰਿਪੋਰਟ ਆਉਣ ਤੋਂ ਪਹਿਲਾਂ, ਕਿ ਉਹਨਾਂ ਵੱਲੋਂ ਕਿਹਾ ਜਾ ਰਿਹਾ ਸੀ ਕਿ ਜਦੋਂ ਵਿਸਰਾ ਰਿਪੋਰਟ ਆਈ ਅਸੀਂ ਵੱਡੇ ਖੁਲਾਸੇ ਕਰਾਂਗੇ, ਵੱਡੇ ਸੱਚ ਸਾਹਮਣੇ ਲੈ ਕੇ ਆਵਾਂਗੇ। ਉਹਦੇ ਬਾਰੇ ਕੀ ਕਹਿਣਾ ਚਾਹੋਗੇ ਜੀ? ਦੇਖੋ ਮੈਂ ਤਾਂ ਤੁਹਾਨੂੰ ਪਹਿਲਾਂ ਵੀ ਕਿਹਾ ਕਈ ਵਾਰੀ, ਹੋਰ ਲੋਕਾਂ ਨੇ ਕਿਹਾ ਕਿ ਸੌਰੀ ਮਾਫ ਕਰਨਾ ਤੁਹਾਨੂੰ ਰੋਕ ਰਿਹਾ ਸਵਾਲ ਦੇ ਵਿੱਚ, ਕਿਉਂਕਿ ਇਹ ਸੀਗਾ ਨਾ ਉਹਨਾਂ ਵੱਲੋਂ ਦੋਸ਼ ਲਗਾਏ ਜਾ ਰਹੇ ਸਨ, ਜਿਵੇਂ ਕਿ ਲਵਪ੍ਰੀਤ ਦੇ ਚਾਚਾ ਜੀ ਇੰਦੀ ਧਨੌਲਾ ਨੇ ਵੀ ਕੱਲ ਇੱਕ ਵੀਡੀਓ ਪਾ ਕੇ ਖੁਲਾਸੇ ਕੀਤੇ ਨੇ ਕਿ ਉਹਨਾਂ ਵੱਲੋਂ ਦੋਸ਼ ਲਗਾਏ ਗਏ ਸੀ ਕਿ ਲਵਪ੍ਰੀਤ ਸਿੰਘ ਲਾਡੀ ਤਾਂ ਨਸ਼ੇ ਕਰਦਾ ਸੀਗਾ, ਜਿਸ ਦੇ ਕਰਕੇ ਉਹਦੀ ਮੌਤ ਹੋਈ ਹੈ, ਕਿ ਅਸੀਂ ਵੱਡੇ ਖੁਲਾਸੇ ਕਰਾਂਗੇ। ਤੇ ਉਹਨਾਂ ਨੇ ਚੈਲੰਜ ਵੀ ਕੀਤਾ ਕਿਤੇ ਨਾ ਕਿਤੇ ਉਹਨਾਂ ਨੂੰ ਵੀ, ਹੁਣ ਖੁਲਾਸੇ ਕਿੱਥੇ ਹੋ ਤੁਸੀਂ, ਹੁਣ ਕਿਉਂ ਚੁੱਪ ਹੋ ਗਏ? ਉਸ ਬਾਰੇ ਪੁੱਛਣਾ ਚਾਹ ਰਹੇ ਸੀ ਤੁਹਾਡੇ ਤੋਂ। ਦੇਖੋ ਰਿਜ਼ਲਟ ਹੁਣ ਵਿਸਰਾ ਰਿਪੋਰਟ ਆ ਗਈ, ਕੁਛ ਨਸ਼ੇ ਵਾਲੀ ਗੱਲ ਨਹੀਂ ਹੈਗੀ। ਉਹਨੇ ਕਲੋਰੋਫਾਸਫੇਟ ਜਿਹੜਾ ਖੇਤਾਂ 'ਚ ਪੈਂਦਾ ਉਹ ਪੀਤਾ, ਠੀਕ ਹੈ। ਕਿਉਂ ਪੀਤਾ ਉਹ ਸਾਰੇ ਚੈਟਸ ਵਗੈਰਾ ਹੈਗੀਆਂ ਨੇ, ਠੀਕ ਹੈ, ਉਹ ਸਾਰੀਆਂ ਉਹਨਾਂ ਨੇ ਰਿਪੋਰਟਾਂ ਲਾਤੀਆਂ। ਹੁਣ ਜਿਹੜੇ ਬੰਦੇ ਗਲਤ ਬੋਲਦੇ ਸੀ, ਹੁਣ ਆਵੇ ਇੰਟਰਵਿਊ 'ਚ ਦੱਸੇ ਨਾ, ਜਿਹੜੇ ਬੰਦੇ ਦਾਅਵੇ ਕਰਦੇ ਸੀ ਰਿਪੋਰਟ ਵਾਲਿਆਂ ਦੇ ਅਸੀਂ ਆਪਣੇ ਜਵਾਬ ਦੇਵਾਂਗੇ, ਠੀਕ ਹੈ ਨਾ। ਜਵਾਬ ਕੀ ਦੇਣਗੇ? ਲੁਕੇ ਬੈਠੇ ਨੂੰ ਤਾਂ ਪਹਿਲਾਂ ਹੀ ਬਹਾਨੇ ਮਾਰੀ ਜਾਂਦੇ ਨੇ। ਬੇਅੰਤ ਕੌਰ ਨੇ ਬਹਾਨਾ ਮਾਰਿਆ ਪਹਿਲਾਂ ਕਿ ਮੈਂ ਤਾਂ, ਮੈਨੂੰ ਪੁਲਿਸ ਨੇ ਰੋਕਿਆ ਜੀ, ਮੀਡੀਆ 'ਚ ਨਾ ਜਾ। ਪੁਲਿਸ ਨੇ ਤੈਨੂੰ ਮੀਡੀਆ ਚੱਕਣ ਗੇੜਾ, ਤੂੰ ਉੱਥੇ ਜਾ ਕੇ ਸੜਕ ਤੇ ਇੰਟਰਵਿਊ ਦੇਣਾ, ਜਾਂ ਉਹਨੇ ਸਟੂਡੀਓ 'ਚ ਜਾਣਾ, ਘਰੇ ਬੈਠ ਕੇ ਇੰਟਰਵਿਊ ਦੇਣਾ। ਤੂੰ ਘਰੇ ਜਿੱਥੇ ਵੀ ਬੈਠੀ ਆ, ਤੂੰ ਸੇਫ ਬੈਠੀ ਆ, ਠੀਕ ਹੈ। ਇੱਦਾਂ ਨਹੀਂ ਇਹ ਜਿਹੜੀਆਂ, ਮੈਂ ਇੱਕ ਹੋਰ ਵੀ ਮੈਂ ਗੱਲ ਸੁਣੀ ਸੀ, ਕਹਿੰਦੇ ਜੀ ਅਸ਼ੋਕ, ਉਹ ਬੰਦਾ ਬੋਲ ਰਿਹਾ ਸੀ ਇੰਟਰਵਿਊ 'ਚ, ਇਹਦਾ ਬੇਅੰਤ ਕੌਰ ਦਾ ਰਿਸ਼ਤੇਦਾਰ, ਕਹਿੰਦਾ ਜੀ ਅਸ਼ੋਕ ਅਰੋੜਾ ਤੇ ਅਸੀਂ FIR ਦਰਜ ਕਰਾਤੀ। ਹਾਂਜੀ, ਪੁਲਿਸ ਕੋਲੋਂ ਮੇਰਾ ਫੋਨ ਨੰਬਰ ਆ, ਸਭ ਕੁਝ ਉੱਥੇ, ਕਿਉਂਕਿ ਜਿਹੜਾ ਸਾਡਾ ਅਸੀਂ ICCRC ਦੇ ਮੈਂਬਰ ਆ ਉੱਥੇ, ਇਮੀਗ੍ਰੇਸ਼ਨ ਲਾਅ ਕੰਸਲਟੈਂਟ, ਸਾਡਾ ਸਾਰਾ ਡਾਟਾ ਉੱਥੇ ਹੁੰਦਾ। ਅਸੀਂ ਸਿਕਿਉਰਿਟੀ ਚੈੱਕ ਸਾਡਾ ਪਹਿਲਾਂ ਹੁੰਦਾ, ਤਾਂ ਸਾਨੂੰ ਲਾਇਸੈਂਸ ਮਿਲਦਾ।
ਕਈ ਬੰਦੇ ਕਹੀ ਜਾਂਦੇ ਨੇ ਕਮੈਂਟਾਂ 'ਚ ਦੇਖਿਆ ਮੈਂ ਕਈਆਂ ਦੇ ਇਹਦਾ ਟਰੈਵਲ ਏਜੰਟ ਹੈ ਉਹੀ ਬਸ ट्रैवल एजेंट है तुसीं कड्डो मेरा डाटा ICCRC की वैबसाइट ते देखो अशोक अरोड़ा मेरा नाम लिखा है मेरा लाइसेंस नंबर है ट्रैवल एजेंट नूं 8 बैंड इंग्लिश नहीं लैने पैंदे सानूं लाइसेंस लैण लई 8 बैंड इंग्लिश दे लैणे पैंदे ने उत्थे इन्नियां जिहड़ियां रिक्वायरमेंट्स ने पढ़ाई करो जाके 40-40 लाख रुपये पढ़ाई ते लगदा उत्थे उत्थे पढ़े हां असीं सानूं पता असीं किवें उत्थे इमीग्रेशन लॉ कंसल्टेंट बने बहुत औखी पढ़ाई है और उत्थे कंपीटीशन करना पैंदा ਤੇ ਇਦਾਂ ਦੇ ਇਲਜ਼ਾਮ ਜੇ ਲਾਈ ਜਾਂਦੇ ਨੇ ਮਜ਼ਾਕ ਉਡਾਈ ਜਾਂਦੇ ਨੇ ਕੁਝ ਨਹੀਂ ਕਰ ਸਕਦਾ ਬੰਦਾ ਇਹ ਨਹੀਂ ਕਰ ਸਕਦਾ ਬੱਚਾ ਜਿਹਾ ਲੱਗਦਾ ਫਲਾਣਾ ਕੁਝ ਲੋਕ ਮੈਂ ਸੱਚ ਕਹਿੰਦਾ ਮੈਂ ਕੁਝ ਲੋਕ ਸਾਰੇ ਕਿਉਂਕਿ ਅਸੀਂ ਵੀ ਸਰ ਮਾਫ ਕਰਨਾ ਅਸੀਂ ਵੀ ਕਮੈਂਟ ਪੜ੍ਹਦੇ ਆ ਲੋਕ ਕਾਫੀ ਬਲੇਸਿੰਗਸ ਦਿੰਦੇ ਨੇ ਤੁਹਾਨੂੰ ਤੁਹਾਡੇ ਪਰਿਵਾਰ ਲਈ ਤੁਹਾਡੀ ਉਮਰ ਲਈ ਕਾਫੀ ਦੁਆਵਾਂ ਦਿੰਦੇ ਨੇ ਕਿਉਂਕਿ ਬਹੁਤ ਵੱਡੀਆਂ ਉਮੀਦਾਂ ਨੇ ਤੁਹਾਡੇ ਤੋਂ ਤੇ ਸਰ ਉੱਥੇ ਇੱਕ ਨਾਮ ਹੋਰ ਇਸ ਕੇਸ ਦੇ ਵਿੱਚ ਰਬਦੀਪ ਸਿੰਘ ਜੋਹਲ कि उसका भी कोई हुण इहदे विच होऊ अटैचमेंट इस केस दे विच जां उधर कुछ हो ते भी कार्रवाई होवेगी देखो ये जिहड़ा हैगा उहदे प्रूफ होने चाहिए ने पर जिहड़ा मैं तुहानूं दस्सां कैनेडा च रिलेशनशिप दे किस नाल रिलेशन रखदे आपां लिविंग रिलेशन च रहंदे या 2 गर्लफ्रेंड या 4 बॉयफ्रेंड ने कुछ भी है ਉਹਦੇ बेस से डिपोर्ट नहीं कर सकदी सरकार उत्थे दी ਉਹਦੇ ਲਈ ਤੁਹਾਨੂੰ इनएडमिसिबल होना पैना इनएडमिसिबल मतलब कि कोई थोनू ਇਹੋ ਜਿਹੀ गलती करनी पैनी है जिदा तुसीं उत्थे रहण दे काबिल ना रहे कानूनी तौर ते जिहड़ा इमीग्रेशन ला जिहड़ा उत्थे दा ਉਹਨੂੰ ਕਹਿੰਦੇ इनएडमिसिबल होना उत्थे रहण जोग नहीं हैगे तुसीं क्राइम करता तुसीं ਉਹ क्राइम होना जरूरी है क्राइम नहीं हैगा उत्थे किसी नाल रिलेशनशिप रखना ठीक है पर जे बेअंत कौर नाल ਉਹ ਵਿਆਹ ਕਰਾਂਦਾ ਜਿਵੇਂ ਆਪਸ ਇਹਨਾਂ ਦਾ ਜੋ ਸੁਣਨ ਚ ਆਇਆ ठीक है ਵੀ ਉਹਨਾਂ ਦਾ ਆਪਸ ਚੱਕਰ ਸੀਗਾ ਅਫੇਅਰ ਸੀ ਜੇ ਉਹ ਵਿਆਹ ਕਰਾਉਂਦਾ ਤੇ 5 ਸਾਲ ਲਈ ਬੈਨ ਜਿਹਦੇ ਲੱਗੂਗਾ ਬੇਅੰਤ ਕੌਰ ਤੇ ਉਹਦੇ ਜਿਹੜਾ ਵੀ ਫਿਊਚਰ ਹਸਬੈਂਡ ਆ ਉਹਦੇ ਵੀ ਬੈਨ ਲੱਗੂਗਾ ਨਾਲ ਉਹ ਵੀ ਡਿਪੋਰਟ ਹੋਊਗਾ क्योंकि फैमिली मैंबर भी जो डिपेंडेंट फैमिली मैंबरस ने वो इनएडमिसिबल होंगे ने जो प्रिंसीपल एप्लीकेंट है जो इनएडमिसिबल है तो वो फैमिली मैंबर भी इनएडमिसिबल होंगे ने मैं तो यही पहला भी पूछा सी कि रबदीप जो मुंडा वो ब्याह कराऊगा वो बेअंत कौर नाल मेरा सवाल आ उन्होंने ये चीज़ां देख के ਸਾਡਾ ਵੀ ਸਵਾਲ ਕਰਨ ਦਾ ਇਹੀ ਮਤਲਬ ਸੀਗਾ ਜਿਵੇਂ ਕਿ ਇੰਡੀਆ ਦੇ ਵਿੱਚ ਲਾ ਹੈ ਕਿ ਜਿਹੜਾ ਕੋਈ ਅਦਾਲਤ ਦਾ ਜਾਂ ਕਾਨੂੰਨ ਦਾ ਦੋਸ਼ੀ ਹੁੰਦਾ ਹੈ ਜਿਹੜਾ ਬੰਦਾ ਉਹਦੀ ਹੈਲਪ ਕਰਦਾ ਉਹਨੂੰ ਘਰੇ ਰੱਖਦਾ ਉਹਨੂੰ ਸ਼ਰਨ ਦਿੰਦਾ ਉਹ ਤੇ ਵੀ ਕਿਤੇ ਨਾ ਕਿਤੇ ਕਾਨੂੰਨੀ ਸਕੰਜਾ ਕੱਸਿਆ ਜਾਂਦਾ ਹੈ ਕਿ ਇਸ ਤਰ੍ਹਾਂ ਦਾ ਕੈਨੇਡਾ ਦੇ ਵਿੱਚ ਵੀ ਕੋਈ ਹੈਗਾ ਕੋਈ ਲਾ ਇਸ ਤਰ੍ਹਾਂ ਉਹ ਦੇਖੋ ਨਹੀਂ ਉਹ ਇਦਾਂ ਹੈ ਜੇ ਹੁਣ ਜਿਵੇਂ ਉੱਥੇ ਉਹਨੇ ਕੋਈ ਕ੍ਰਾਈਮ ਕਰਤਾ ਮੰਨ ਲਓ ਉਹਨੇ ਕੋਈ ਮਰਡਰ ਕਰਤਾ ਕੈਨੇਡਾ ਦੇ ਵਿੱਚ ਕਿਸੇ ਨੇ ਵੀ ਜਾਂ ਕੋਈ ਕ੍ਰਾਈਮ ਕਰਤਾ ਉਹ ਅਲੱਗ ਚੀਜ਼ ਹੈ ਉਹਦੇ ਮੁੰਡੇ ਨੇ ਸੁਸਾਈਡ ਕੀਤਾ ਉਹ ਮੁੰਡਾ ਉਰੇ ਸੀਗਾ ਤੇ ਕੁੜੀ ਉੱਥੇ ਸੀਗੀ ਜਿਹੜਾ ਉਹਦੇ ਤੇ ਜਿਹੜਾ ਪਰਚਾ ਦਰਜ ਹੋਣਾ ਹੈ ਜਿਹੜਾ ਉੱਥੇ ਕੈਨੇਡਾ ਦੇ ਹਿਸਾਬ ਨਾਲ ਹੋਣਾ ਇਮੀਗ੍ਰੇਸ਼ਨ ਰਿਫਿਊਜੀ ਪ੍ਰੋਟੈਕਸ਼ਨ ਐਕਟ ਦੀ ਧਾਰਾ 40 ठीक है ये सीरीयस क्राइम नहीं कह सकते इनू लेकिन डेपोटेशन ऑर्डर लिए बिल्कुल इनफ है इनू सफिशेंट है जी झूठ बोलना एप्लीकेशन ठीक है जे हुण जिवें हुण मैनूं गालां भी कड्डियां सी पिछे लोकां ने फोन के उत्ते मैसेज भी करदे सी फेक आईडियां बना के टिकटॉक ते तां हुण मैं भी कहां जी मैनूं धमकी दिंदियां ने जी मैं शिकायत कर दिंदा बेअंत कौर दे रिश्तेदारां दी बेअंती आ मैनूं देखो ही धमकियां दे रहे ने इदां दे ओह जे पुट्ठे सीधे इहो जे काम करनगे ओह तां भी फस जाना उन्होंने अपना मतलब कि अपने पैर ते आप कुल्हाड़ी मारनी है ठीक है मेरी किसी ने रिपोर्ट लिखाई है मैंने फोन कर लवे पुलिस को मेरा सारा नंबर उत्ते सब कुछ होंदा उन्हां कोल डाटा उत्ते दा कंप्यूटर च एंट्री हुंदी है उन्होंने मेरा नाम भरना सारा कुछ मेरा डाटा आना इमीग्रेशन कंसल्टेंट है इत्थे रजिस्टर्ड ऑफिस है इत्थे रहिंदा इत्थे करदा सारा डाटा उन्हां कोल मैनूं हुण तक दा कॉल आई नहीं जिद्दां मैं मैनूं 10 दिन मैं कर लैना मैनूं उन्होंने नंबर देना है भी वो FIR हुंदी नहीं उत्ते बकवास जिहियां गल्लां मारी जांदे ने उत्ते कोई है मैं तुहानूं दस्सना बैठे कनेडा च ने सिस्टम उत्थे दा इंजॉय कर रहे गल्लां बांग्लादेश दियां कर रहे ने पाकिस्तान दियां कर रहे भी ऐ हुंदा वो पता ही नहीं सिस्टम कुछ होर हुंदा उत्ते सिस्टम होर है FIR करा दी ऐ करा दी वो कराती मैनूं कॉल आंदी कि किहड़ी FIR होगी हासा आउंदा मैनूं इन्हां गल्लां ते सर बेअंत कौर बाजवा ते जिवें हुण 306 ਧਾਰਾ ਦੇ ਵਿੱਚ ਵਾਧਾ ਹੋ ਚੁੱਕਿਆ ਹੈ ਤੇ ਜਿਵੇਂ ਹੁਣ ਤੱਕ ਚੈਟ ਸਾਹਮਣੇ ਆਈ ਹੈ ਤੁਸੀਂ ਵੀ ਕੇਸ ਨੂੰ ਬਰੀਕੀ ਨਾਲ ਸਮਝਿਓ ਕਿ ਉਹਦੇ ਪਰਿਵਾਰਕ ਮੈਂਬਰਾਂ ਤੇ ਵੀ ਕਾਰਵਾਈ ਕਰਵਾਉਣ ਦੇ ਲਈ ਕੁਝ ਅੱਗੇ ਇਸ ਤਰ੍ਹਾਂ ਦਾ ਕਾਰਵਾਈ ਕੀਤੀ ਜਾ ਰਹੀ ਹੈ ਜਾਂ ਫਿਰ ਹੋ ਸਕਦਾ ਇਸ ਤਰ੍ਹਾਂ ਦਾ ਜਿਵੇਂ ਪ੍ਰੂਫ ਸਾਹਮਣੇ ਆਏ ਨੇ ਕਿਉਂਕਿ ਤੁਸੀਂ ਕਾਫੀ ਪ੍ਰੂਫ ਉਹ ਵੀ ਦੇਖੇ ਨੇ ਜਿਹੜੇ ਹਾਲੇ ਡਿਸਕਲੋਜ਼ ਨਹੀਂ ਕਰ ਸਕਦੇ हाँ जी देखो कोशिश तो जारी है जी लाडी के परिवार वालों चाचा जी वालों या फादर वालों कोशिश जारी है भी जो पेरेंट्स ने उन्होंने भी ऐड कराया जाए क्योंकि कुछ गल्लां मैं भी दसियां सी उन्होंने भी आह चीज़ां तुसीं लिखाओ उत्थे जिवें स्टडी परमिट की एप्लीकेशन जो फादर के साइन ने वो फ्रॉड दे विच तां इनवॉल्व हैगी ने 420 नाल बिल्कुल भी तुसीं आह चीज़ां मैं उन्होंने जिहड़ी गाइडेंस दित्ती सी ਤੇ ਹਾਂਜੀ ਉਹ ਤੁਸੀਂ ਵੀ ਪਿਛਲੀ ਇੰਟਰਵਿਊ ਦੇ ਵਿੱਚ ਜ਼ਿਕਰ ਕੀਤਾ ਸੀ ਕਿ ਇੱਕ ਜਗ੍ਹਾ ਤੇ ਉਹ ਸਾਈਨ ਕਰ ਰਹੇ ਨੇ ਇੱਕ ਜਗ੍ਹਾ ਤੇ ਅੰਗੂਠਾ ਲਗਾ ਰਹੇ ਨੇ ਹਾਂਜੀ ਜਿਹੜਾ ਤੁਸੀਂ ਇੰਟਰਨੈਟ ਤੇ ਜਿਹੜਾ YouTube ਤੇ ਬੇਅੰਤ ਕੌਰ ਦੇ ਪੇਰੈਂਟਸ ਦਾ ਜਿਹੜਾ ਪਾਸਪੋਰਟ ਦੀ ਕਾਪੀ ਉਹ 'ਚ ਅੰਗੂਠਾ ਲੱਗਿਆ ਉਹਦੇ ਡੈਡੀ ਦਾ ਸਟੱਡੀ ਪਰਮਿਟ ਦੀ ਐਪਲੀਕੇਸ਼ਨ 'ਚ ਇੰਗਲਿਸ਼ ਸਾਈਨ ਹੋਏ ਨੇ ਜਗਦੇਵ ਸਿੰਘ ਦੇ ਬੇਅੰਤ ਕੌਰ ਦੇ ਡੈਡੀ ਦੇ ਔਰ ਉਨੀ ਵਧੀਆ
ਕਰਸਿਵ ਰਾਈਟਿੰਗ 'ਚ ਸਾਈਨ ਹੋਏ ਹੋਏ ਨੇ। ਇੱਕ ਬਜ਼ੁਰਗ ਬੰਦਾ ਜਿਹੜਾ ਬੰਦਾ ਅੰਗੂਠਾ ਲਾਉਂਦਾ ਪਾਸਪੋਰਟ ਤੇ ਇੰਨੀ ਟੌਪ ਦੀ ਕਰਸਿਵ ਰਾਈਟਿੰਗ ਦੇ ਵਿੱਚ ਸਾਈਨ ਕੀਤੇ ਨੇ ਇੰਗਲਿਸ਼, ਇਹ ਪੋਸੀਬਲ ਹੀ ਨਹੀਂ ਹੈ। ਸਾਫ ਤੋਂ ਫਰਾਡ ਡਾਕੂਮੈਂਟ ਸਾਰੇ ਚੀਜ਼ਾਂ ਮੈਂ ਸਾਰੀਆਂ ਫੜੀਆਂ ਨੇ, ਬਹੁਤ ਬਰੀਕੀ ਨਾਲ ਮੈਂ ਜਾਂਚ ਕੀਤੀ ਇਹਨਾਂ ਦੇ ਕੇਸ ਦੀ। ਪਹਿਲਾਂ ਹੁਣ ਜਿਵੇਂ ਕੈਨੇਡਾ 'ਚ ਵੀ ਕਹਿੰਦੇ ਸੀ ਵੀ ਤੁਸੀਂ ਇਹਨਾਂ ਨੂੰ ਕਢਾ ਨਹੀਂ ਸਕਦੇ, ਬੜੇ ਉੱਥੇ ਜਿਹੜੇ ਕੰਸਲਟੈਂਟ ਨੇ ਉੱਥੇ ਕੁਛ ਹੋਰ ਨੇ ਮਜ਼ਾਕ ਉਡਾਉਂਦੇ ਸੀ, ਇਹ ਕੁਛ ਨਹੀਂ ਕਰ ਸਕਦੇ, ਤੁਸੀਂ ਨਹੀਂ ਕਢਾ ਸਕਦੇ, ਇਹਨੂੰ ਡਿਪੋਰਟ ਕਰਾ ਨਹੀਂ ਸਕਦੇ। ਲੇਕਿਨ ਮੈਂ ਜਾਂਚ ਕੀਤੀ ਕੇਸ ਦੀ ਪੂਰੀ, ਬਰੀਕੀਆਂ ਫੜੀਆਂ ਮੈਂ, ਚੀਜ਼ਾਂ ਕਿੱਥੇ ਪੁਆਇੰਟ ਕਿੱਥੇ ਨੂੰ ਕੱਢਿਆ ਜਾ ਸਕਦਾ, ਕੀ ਕੀਤਾ ਜਾ ਸਕਦਾ, ਕਿਉਂਕਿ ਕੈਨੇਡਾ 'ਚੋਂ ਡਿਪੋਰਟ ਕਰਾਉਣਾ ਆਸਾਨ ਨਹੀਂ ਜਦ ਤੱਕ ਤੁਸੀਂ ਉੱਥੇ ਕੋਈ ਕ੍ਰਾਈਮ ਨਹੀਂ ਕਰਦੇ ਹੈਗੇ। ਤੇ ਉੱਥੇ ਕਿਸੇ ਨੂੰ ਥੱਪੜ ਮਾਰਨਾ ਵੀ ਬਹੁਤ ਵੱਡਾ ਕ੍ਰਾਈਮ ਹੈ। ਉਹ ਬੰਦੇ ਨੂੰ ਮਤਲਬ ਕਿ ਰੈਸਟ੍ਰਿਕਸ਼ਨ ਆਰਡਰ ਪਾ ਦਿੰਦੇ ਨੇ। ਰੈਸਟ੍ਰਿਕਸ਼ਨ ਆਰਡਰ ਦਾ ਮਤਲਬ ਹੁੰਦਾ ਜਿਵੇਂ ਆਪਾਂ ਇੱਥੇ ਪੰਜਾਬੀ ਯੂਜ਼ ਕਰਦੇ ਤੜੀ ਪਾਰ ਕਰ ਦਿੰਦੇ ਨੇ, ਉਹਨੂੰ ਵੀ 10 ਕਿਲੋਮੀਟਰ ਜਾਂ 15 ਕਿਲੋਮੀਟਰ ਦੇ ਏਰੀਆ 'ਚ ਨਹੀਂ ਆਉਣਾ, ਤੇ GPS ਲਾਉਂਦੇ ਨੇ ਕਾਰ 'ਚ, ਤੂੰ ਇੱਥੇ ਏਰੀਆ 'ਚ ਨਹੀਂ ਆਉਣਾ ਚਾਹੀਦਾ। ਇੱਦਾਂ ਦੇ ਕਾਨੂੰਨ ਬਹੁਤ ਸਖਤ ਨੇ ਉੱਥੇ। ਕਿਸੇ ਨੂੰ ਗਾਲ ਵੀ ਕੱਢਣਾ ਗੁਨਾਹ ਮੰਨਿਆ ਜਾਂਦਾ, ਕ੍ਰਾਈਮ ਮੰਨਿਆ ਜਾਂਦਾ। ਕਿਸੇ ਨੂੰ ਥ੍ਰੈਟ ਕਰਨਾ, ਜੇ ਕੋਈ ਇੰਨੀ ਗੱਲ ਵੀ ਬੋਲਦੀ ਹੈ ਤੇ ਆਈ ਵਿਲ ਕਿਲ ਯੂ, ਇੰਨੀ ਗੱਲ ਵੀ ਬੋਲਦੀ ਹੈ, ਉਹਨੂੰ ਬਹੁਤ ਸੀਰੀਅਸ ਲਿਆ ਜਾਂਦਾ ਗੱਲ ਨੂੰ। ਕੈਨੇਡਾ ਇਸੇ ਕਰਕੇ ਸਿਸਟਮ ਆ ਉੱਥੇ, ਤਾਂ ਹੀ ਜਾਂਦੇ ਨੇ ਲੋਕ, ਠੀਕ ਹੈ। ਇੱਥੇ ਚੀਜ਼ ਨੂੰ ਮਜ਼ਾਕ ਮੰਨਿਆ ਜਾਊਗਾ ਜੀ, ਇਹ ਚਲੋ ਇਹ ਤਾਂ ਚੱਲੀ ਜਾਂਦਾ ਜੀ। ਇਹ ਜਿਹੜੀ ਗੱਲਾਂ ਮੈਂ ਕਹਿ ਰਿਹਾ ਵੀ ਉਹਨੇ ਐਪਲੀਕੇਸ਼ਨ ਝੂਠ ਬੋਲਦਾ, ਹਾਂਜੀ ਅਗਲਾ ਨੇ ਝੂਠ ਬੋਲਦਾ, ਤਾਂ ਕੀ ਹੈ, ਕਹਿ ਦੂਗੀ ਮੇਰੇ ਮੰਮੀ ਡੈਡੀ ਦੇ ਪੈਸੇ ਮੈਂ ਉਹ ਤੋਂ ਲਏ ਸੀ, ਇਹ ਉੱਥੇ ਨਹੀਂ ਚੱਲਦਾ, ਕੈਨੇਡਾ 'ਚ ਪੂਰੇ ਚੱਲ ਜਾਂਦਾ, ਠੀਕ ਹੈ। ਇਹ ਲੋਕਾਂ ਨੂੰ ਮੈਂ ਦੱਸਣਾ ਚਾਹੁੰਦਾ। ਤੇ ਸਰ ਜਾਂਦੇ ਜਾਂਦੇ ਇੱਕ ਸਵਾਲ, ਜਿਵੇਂ ਕਿ ਤੁਹਾਨੂੰ ਪਤਾ ਹੀ ਬੇਅੰਤ ਕੌਰ ਬਾਜਵਾ ਤੇ ਕਾਰਵਾਈ ਹੁਣ ਸ਼ੁਰੂ ਹੋ ਗਈ ਹੈ, ਕਾਨੂੰਨੀ ਸਕੰਜਾ ਕੱਸਿਆ ਜਾ ਰਿਹਾ ਹੈ, ਤੇ ਜਿਵੇਂ ਕਿ ਇੱਕ ਕਾਲ ਰਿਕਾਰਡਿੰਗ ਵੀ ਵਾਇਰਲ ਹੋਈ ਸੀ ਲਵਪ੍ਰੀਤ ਸਿੰਘ ਲਾਡੀ ਦੇ ਚਾਚਾ ਜੀ ਦੀ, ਕੀ ਹੁਣ ਵਕੀਲਾਂ ਦਾ ਇੱਕ ਵੱਡਾ ਪੈਨਲ ਤਿਆਰ ਕੀਤਾ ਜਾਵੇਗਾ? ਕਿਸ ਤਰ੍ਹਾਂ ਦੀ ਹੁਣ ਅੱਗੇ ਕਾਰਵਾਈ ਕੀਤੀ ਜਾਵੇਗੀ ਪੂਰੇ ਕੇਸ ਨੂੰ ਦੇਖਣ ਦੇ ਲਈ? ਦੇਖੋ ਮੈਂ ਦੱਸਣਾ ਚਾਹੁੰਦਾ ਵੀ ਜਿਹੜਾ ਇਹ ਕੇਸ ਹੈ ਸਟੇਟ ਵਰਸਸ ਬੇਅੰਤ ਕੌਰ ਕੇਸ ਹੈ, ਇਹਦੇ 'ਚ ਕਿਸੇ ਵਕੀਲ ਦੀ ਲੋੜ ਹੀ ਨਹੀਂ ਪੈਣੀ ਇਹਨਾਂ ਨੂੰ। ਮੈਂ ਇਹ ਗੁਜ਼ਾਰਿਸ਼ ਕਰੂੰਗਾ ਇਹਨਾਂ ਨੂੰ ਵੀ, ਲਾਡੀ ਦੇ ਮੰਮੀ ਡੈਡੀ ਨੂੰ ਜਾਂ ਚਾਚਾ ਜੀ ਨੂੰ ਵੀ ਕੋਈ ਵਕੀਲ ਕਰਨ ਦੀ ਲੋੜ ਨਹੀਂ ਤੁਹਾਨੂੰ, ਵਕੀਲ ਦੀ ਲੋੜ ਹੈ ਹੀ ਨਹੀਂ, ਕਿਉਂਕਿ ਪਬਲਿਕ ਪ੍ਰੋਸੀਕਿਊਟਰ ਉਹਨਾਂ ਨੂੰ ਮਿਲਣਾ, ਸਰਕਾਰੀ ਵਕੀਲ ਜਿਹਨੂੰ ਕਹਿੰਦੇ ਨੇ, ਕਿਉਂਕਿ ਸਟੇਟ ਵਰਸਸ ਬੇਅੰਤ ਕੌਰ ਨੂੰ ਵਕੀਲ ਕਰਨਾ ਪਊਗਾ, ਵੱਡੇ ਤੋਂ ਵੱਡਾ ਕ੍ਰਿਮੀਨਲ ਲਾਇਰ, ਉਹਦਾ 2 ਲੱਖ 5 ਲੱਖ ਵੀ ਲੱਗ ਸਕਦਾ। ਇਹਨਾਂ ਨੂੰ ਲੋੜ ਨਹੀਂ ਹੈਗੀ, ਬਸ ਇੱਕ ਕੰਮ ਕਰਨ, ਸਰਕਾਰੀ ਵਕੀਲ ਕੋਲ ਜਾਣ, ਹਮੇਸ਼ਾ ਫੋਲੋ ਅਪ ਰੱਖਣ ਉਹਨਾਂ ਨੂੰ, ਠੀਕ ਹੈ। ਕੋਰਟ ਦੇ ਵਿੱਚ ਮੰਨ ਲਓ ਸਰਕਾਰੀ ਵਕੀਲ ਆ, ਸਾਰਾ ਦੇਖਣ, ਉਹਨੂੰ ਵਾਚ ਰੱਖਣ ਵੀ ਕੀ ਕਰ ਰਿਹਾ, ਹੋਰ ਕੋਈ ਜ਼ਰੂਰਤ ਨਹੀਂ ਹੈਗੀ ਕੋਈ ਵੀ ਵਕੀਲ ਕਰਨ ਦੀ, ਕੋਈ ਵਕੀਲ ਦੀ ਲੋੜ ਹੀ ਨਹੀਂ ਇਹਨਾਂ ਨੂੰ, ਠੀਕ ਹੈ। ਜੇ ਉਹਨਾਂ ਨੂੰ ਗਾਈਡੈਂਸ ਚਾਹੀਦੀ ਬੇਸਿਕ ਮੈਂ ਦੇ ਸਕਦਾ। ਇਹਦਾ ਇੱਕ ਨੈਚੁਰਲ ਜਿਹਾ ਕੇਸ ਆ ਵੀ ਉਹਨੇ ਸੁਸਾਈਡ ਕਰ ਲਿਆ ਤਾਂ ਪਬਲਿਕ ਪ੍ਰੋਸੀਕਿਊਟਰ ਮਿਲਣਾ ਹੀ ਮਿਲਣਾ ਉਹਨਾਂ ਨੂੰ। ਸਰਕਾਰੀ ਸਟੇਟ ਵਰਸਸ ਬੇਅੰਤ ਕੌਰ ਦਾ ਕੇਸ ਹੈ ਕਲੀਅਰਲੀ, ਠੀਕ ਹੈ ਨਾ। ਕੋਈ ਵੀ ਬੰਦਾ ਕਹੀ ਜਾ ਜੀ ਮੈਂ ਹੈਲਪ ਕਰ ਦੂੰ, ਕੋਈ ਇਹਨਾਂ ਨੂੰ ਵਕੀਲ ਆ ਕੇ ਕਹੀ ਜਾਵੇ, ਕੋਈ ਮੈਨੂੰ ਕਹਿ ਰਹੇ ਸੀ ਪਿੱਛੋਂ ਕਿਤੇ ਹੋਰ ਸ਼ਹਿਰਾਂ 'ਚ ਵੀ ਵਕੀਲ ਆ ਰਹੇ ਨੇ, ਕੋਈ ਇਹਨਾਂ ਨੂੰ ਬੈਨੀਫਿਟ ਜ਼ਿਆਦਾ ਮਿਲਣਾ ਹੈ ਨਹੀਂ, ਕੋਈ ਫਾਇਦਾ ਵੀ ਨਹੀਂ, ਪੈਸੇ ਨਾ ਖਰਾਬ ਕਰਨ, ਠੀਕ ਹੈ। ਚਾਹੇ ਉਹ ਪੈਸੇ ਲੈ ਰਹੇ ਨਹੀਂ ਲਾ ਰਿਹਾ, ਪਬਲਿਕ ਪ੍ਰੋਸੀਕਿਊਟਰ ਇਹਨਾਂ ਨੂੰ ਮਿਲਣਾ ਹੀ ਮਿਲਣਾ। ਸਟੇਟ ਵਰਸਸ ਸਟੇਟ ਦਾ ਕੇਸ ਹੈ, ਰਜਿਸਟਰਡ ਹੋ ਚੁੱਕੀ ਹੈ, FIR ਪ੍ਰੂਫ ਇਹਨਾਂ ਨੇ ਦੇਤੇ, ਵਿਸਰਾ ਰਿਪੋਰਟ ਕੈਮੀਕਲ ਰਿਪੋਰਟ ਆ ਚੁੱਕੀ ਹੈ। ਸਰਕਾਰੀ ਵਕੀਲ ਕਿਵੇਂ ਉਹ ਡਿਨਾਈ ਕਰ ਦੂਗਾ ਚੀਜ਼ ਨੂੰ ਵੀ ਐਂ ਜੇ ਜ਼ਹਿਰ ਨਹੀਂ ਖਾਧਾ, ਉਹਨੇ ਆਪ ਥੋੜ੍ਹੀ ਜਿਹੀ ਫਸਣਾ ਸਰਕਾਰੀ ਵਕੀਲ ਨੇ। ਤੇ ਉਹਨਾਂ ਨੂੰ ਬਸ ਫੋਲੋ ਅਪ ਰੱਖਣ, ਜਾਣ ਉੱਥੇ ਜਿੱਥੇ ਇਹਨਾਂ ਨੂੰ ਲੱਗਦਾ ਵੀ ਇਹ ਸਰਕਾਰੀ ਵਕੀਲ ਢਿੱਲਾ ਜਾਂ ਨਹੀਂ ਵਰਕ ਕਰ ਰਿਹਾ, ਲੱਗਦਾ ਪਾਰਸ਼ੈਲਿਟੀ ਕਰ ਰਿਹਾ, ਪੱਖਬਾਜ਼ੀ ਕਰ ਰਿਹਾ, ਤਾਂ ਫਿਰ ਇਹ ਸ਼ਿਕਾਇਤ ਕਰ ਸਕਦੇ ਨੇ, ਜੱਜ ਸਾਹਿਬ ਨੂੰ ਪੇਸ਼ ਹੋ ਸਕਦੇ, ਕਹਿ ਸਕਦੇ ਨੇ, ਜਾਂ ਕਹਿ ਸਕਦੇ ਵੀ ਕੇਸ ਟ੍ਰਾਂਸਫਰ ਕਰੋ, ਇੱਥੇ ਸਾਨੂੰ ਲੱਗਦਾ ਵੀ ਪੱਖਬਾਜ਼ੀ ਹੋਵੇ ਤੇ ਕਰਪਸ਼ਨ ਹੋਊਗੀ, ਕੇਸ ਕਿਸੇ ਹੋਰ ਸ਼ਹਿਰ 'ਚ ਸੰਗਰੂਰ, ਪਟਿਆਲਾ, ਬਠਿੰਡਾ ਜਾਂ ਕਿਤੇ ਵੀ ਲਿਆ ਸਕਦੇ ਨੇ ਕੇਸ ਉੱਥੇ ਕੋਰਟ ਦੇ ਵਿੱਚ, ਠੀਕ ਹੈ। ਇੱਦਾਂ ਦੀ ਹੈ, ਬਲਕਿ ਇਹਨਾਂ ਨੂੰ ਤਾਂ ਪਬਲਿਕ ਪ੍ਰੋਸੀਕਿਊਟਰ ਨੇ ਸਾਰਾ ਕੰਮ ਕਰ ਦੇਣਾ। ਸਰ ਤੁਸੀਂ ਅੱਜ ਜੋ ਵੀ ਕੇਸ ਦੇ ਵਿੱਚ ਇੱਕ ਨਵਾਂ ਮੋੜ ਆਇਆ, ਜੋ ਨਵੇਂ ਖੁਲਾਸੇ ਹੋਏ ਨੇ, ਉਹਨਾਂ ਦੇ ਬਾਰੇ ਜਾਣਕਾਰੀ ਦਿੱਤੀ ਹੈ, ਆਪਣੇ ਕੀਮਤੀ ਸਮੇਂ ਦੇ ਵਿੱਚੋਂ ਸਮਾਂ ਕੱਢਿਆ, ਉਸ ਦੇ ਲਈ ਅਨਲਿਮਟਿਡ ਗਿਆਨ ਦੀ ਪੂਰੀ ਟੀਮ ਵੱਲੋਂ ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਤੇ ਦੋਸਤੋ ਇਸ ਦੇ ਨਾਲ ਹੀ ਹੁਣ ਫਿਲਹਾਲ ਇੱਥੇ ਸਾਨੂੰ ਦਿਓ ਇਜਾਜ਼ਤ, ਮਿਲਾਂਗੇ ਜਲਦ ਹੋਰ ਤਾਜ਼ਾ ਅਪਡੇਟ ਦੇ ਨਾਲ। ਉਨੇ ਸਮੇਂ ਤੱਕ ਲਈ ਬਣੇ ਰਹੋ ਅਨਲਿਮਟਿਡ ਗਿਆਨ ਦੇ ਨਾਲ, ਤੇ ਨਵੇਂ ਦੋਸਤ ਚੈਨਲ ਨੂੰ ਸਬਸਕ੍ਰਾਈਬ ਕਰਕੇ ਨੋਟੀਫਿਕੇਸ਼ਨ ਬੈਲ ਆਨ ਕਰਨਾ ਨਾ ਭੁੱਲਣਾ। ਥੈਂਕ ਯੂ, ਧੰਨਵਾਦ, ਟੇਕ ਕੇਅਰ, ਧੰਨਵਾਦ।